ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਰਦਾਰ ਜਸਪੀਰ ਸਿੰਘ ਜੀ ਪੱਟੀ ਸਾਡੇ ਨਾਲ ਜੁੜ ਚੁੱਕੇ ਨੇ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਕਿਰਪਾ ਜੀ, ਬੜੀ ਕਿਰਪਾ। ਤੁਸੀਂ ਸੁਣਾਓ ਜੀ। ਚਲੋ, ਅੱਜ ਇੰਜ ਪਤਾ ਲੱਗ ਗਿਆ ਕਿ ਤੁਸੀਂ ਕਾਲੀ ਦਸਤਾਰ ਸਜਾਈ ਹੈ ਤੇ ਕੇਸਰੀ 50 ਹੈ ਤੇ ਕਿਸਾਨਾਂ ਨੇ ਮਨਾਇਆ ਕਾਲਾ ਦਿਵਸ। सूबे भर में 15 ਥਾਵਾਂ ਤੇ ਲਹਿਰਾਏ ਗਏ ਕਾਲੇ ਝੰਡੇ। ਸਰਹੱਦੀ ਖੇਤਰ ਵਿੱਚ ਸਭ ਤੋਂ ਵੱਧ 321 ਥਾਵਾਂ ਤੇ ਰੋਸ ਮੁਜ਼ਾਹਰੇ ਤੇ ਪੁਤਲੇ ਫੂਕੇ ਗਏ ਨੇ, ਵੈਨ ਪਾਏ ਗਏ ਨੇ। ਵੱਡੀ ਗਿਣਤੀ ਵਿੱਚ ਔਰਤਾਂ ਨੇ ਭਾਗ ਲਿਆ ਔਰ ਟਕੈਤ ਨਾਲ ਜਿਹੜੀ ਪੁਲਿਸ ਨੇ ਧੱਕਾ ਮੁੱਕੀ ਕੀਤੀ ਹੈ। ਤੁਹਾਡਾ ਪ੍ਰਤੀਕਰਮ ਵੀ ਲੈਣਾ ਚਾਹਾਂਗੇ ਕਿਉਂਕਿ ਇੱਕ ਬੜੀ ਵੱਡੀ ਖਬਰ ਹੈ ਇਹ ਅੱਜ ਦੀ। ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਗੱਲ ਕੱਲ ਜਿਹੜਾ ਕਾਲਾ ਦਿਵਸ ਮਨਾਉਣ ਦੀ ਗੱਲ ਸੀ, ਉੱਤੇ ਕੁਝ ਹਿੰਦੂ ਜਥੇਬੰਦੀਆਂ ਨੇ ਕੁਝ ਕਰੰਟ ਵੀ ਕੀਤੇ ਆ ਕਿ ਬੁੱਧ ਪੂਰਨਿਮਾ ਦੇ ਉੱਤੇ ਜਿਹੜਾ ਸੀ ਕਾਲਾ ਦਿਵਸ ਮਨਾਇਆ ਗਿਆ। ਲੇਕਿਨ ਆਪਾਂ ਕੱਲ ਵੀ ਗੱਲ ਕੀਤੀ ਵੀ 26 ਜਿਹੜੀਆਂ ਕੋਈ ਘਟਾ ਪਾਉਣੀਆਂ, 3 26 ਸੀਗੀਆਂ। ਇਹ ਵੀ ਇੱਕ 26 ਸੀਗੀ ਠੀਕ। ਤੇ 26 ਨੂੰ ਜਿਹੜਾ ਸੀ, ਚੌਥੀ 26 ਸੀ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਪਹੁੰਚ ਚੁੱਕੀ ਸੀ। ਲੇਕਿਨ ਉਹਨਾਂ ਕਿਹਾ ਇਹ ਦਿਵਸ ਅਸੀਂ 30 ਨੂੰ ਮਨਾਵਾਂਗੇ। ਜਿਹੜਾ ਕੱਲ ਦਾ ਦਿਨ ਮਨਾਇਆ ਗਿਆ ਜੀ, ਥਾਂ ਥਾਂ ਤੇ ਜਿਹੜੇ ਸੀ ਪੁਤਲੇ ਸਾੜੇ ਗਏ ਨੇ, ਮੁਜ਼ਾਹਰੇ ਕੀਤੇ ਗਏ ਨੇ। ਈਵਨ ਇੱਥੋਂ ਸਰਹੱਦੀ ਖੇਤਰ ਵਿੱਚ 321 ਥਾਵਾਂ ਦੇ ਉੱਤੇ ਜਿਹੜਾ ਸੀ ਲੋਕਾਂ ਨੇ ਪਿੰਡਾਂ ਦੇ ਵਿੱਚ ਮੁਜ਼ਾਹਰੇ ਕੀਤੇ। ਸਭ ਤੋਂ ਵੱਡੀ ਗੱਲ ਇਹ ਹੈ ਜੀ, ਇੱਕ ਪਾਸੇ ਜਿਹੜੀ ਸਾਡੀ ਕਾਂਗਰਸ ਸਰਕਾਰ ਉਹ ਕਹਿੰਦੀ ਆ ਕਿ ਟੈਂਪਰਰੀ ਤੌਰ ਤੇ ਕਿਸਾਨ ਜਿਹੜਾ ਵਾ ਆਪਣਾ ਅੰਦੋਲਨ ਖਤਮ ਕਰ ਦੇਣ, ਮੁਲਤਵੀ ਕਰ ਦੇਣ, ਕਿਉਂ ਕਰੋਨਾ ਦੀ ਮਹਾਮਾਰੀ ਚੱਲਦੀ ਹੈ। ਤੇ ਦੂਜੇ ਪਾਸੇ ਕੱਲ ਇਹਨਾਂ ਦੇ ਮੰਤਰੀਆਂ ਤੇ ਸੰਤਰੀਆਂ ਨੇ ਵੀ ਆਪਣੇ ਕੋਠਿਆਂ ਦੇ ਉੱਤੇ, ਆਪਣੀਆਂ ਚਵਾਰਿਆਂ ਦੇ ਉੱਤੇ ਜਿਹੜੇ ਸੀ ਕਾਲੇ ਝੰਡੇ ਲਾ ਕੇ ਰੋਸ ਪ੍ਰਗਟ ਕੀਤਾ। ਪਹਿਲਾਂ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੀਦਾ ਵੀ ਕੈਪਟਨ ਸਾਹਿਬ ਨੇ ਹਲਾਇਆ ਆਪਣਾ ਝੰਡਾ। ਜੇ ਨਹੀਂ ਉਹਨਾਂ ਰਲਾਇਆ ਆਪਣੇ ਮਹੱਲੇ ਤੇ ਕਾਲਾ ਝੰਡਾ, ਤੇ ਫਿਰ ਇਹ ਦੱਸਣਾ ਪਊਗਾ ਉਹਨਾਂ ਨੂੰ ਕਿ ਉਹਨਾਂ ਦੀ ਮਜਬੂਰੀ ਕੀ ਸੀ। ਮਜਬੂਰੀ ਚਾਵਲਾ ਸਾਹਿਬ ਇਹ ਆ, ਪੰਜਾਬ ਦੇ ਲੋਕ ਅੱਜ ਵੀ ਕਾਂਗਰਸ ਦੇ ਹੱਕ ਦੇ ਵਿੱਚ ਹੈਗੇ ਆ ਵੀ ਨਹੀਂ ਯਾਰ ਇਸ ਵਾਕਿਆ ਨੂੰ ਠੀਕ ਆ। ਲੇਕਿਨ ਜਿਹੜੇ ਪਿਛਲੀ ਵਾਰੀ ਕੈਪਟਨ ਦੇ ਹੱਕ 'ਚ, ਅੱਜ ਕੈਪਟਨ ਦੇ ਹੱਕ 'ਚ ਨਹੀਂ, ਕਿਉਂਕਿ ਕਾਲੀਆਂ ਵਾਂਗੂ ਕੈਪਟਨ ਸਾਹਿਬ ਵੀ ਮੋਦੀ ਨਾਲ ਇਲੂ ਕਰਦੇ ਆ ਪਿਛਲੀ ਵਾਰੀ। ਹੁਣ ਉਹਨਾਂ ਦੇ ਮੰਤਰੀਆਂ ਨੇ ਝੰਡੇ ਚ ਲਾਤੇ, ਚੰਗੀ ਗੱਲ ਆ। ਈਵਨ ਇੱਥੋਂ ਤੱਕ ਕਿ ਜਿਹੜਾ ਸਾਡੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਕਿਹਾ ਵੀ ਕੈਪਟਨ ਅਮਰਿੰਦਰ ਸਿੰਘ ਮੋਦੀ ਨਾਲ ਗੱਲ ਕਰੇ ਤੇ ਕਿਸਾਨਾਂ ਦਾ ਮਸਲਾ ਨਿਕਲੇ। ਕੁਝ ਵਿਦਵਾਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਮੁੱਖ ਮੰਤਰੀ ਕਿਸਾਨਾਂ ਨਾਲ ਖੜੇ, ਉਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਧਰਨਾ ਦੇਣਾ ਚਾਹੀਦਾ। ਗੱਲ ਤੇ ਚੰਗੀ ਹੈ, ਬੜੀ ਨਹੀਂ। ਲੇਕਿਨ ਆਂਦੇ ਹੁੰਦੇ ਬਿੱਲੀ ਦੇ ਘਰ ਜੇ ਟਲੀ ਕੋਲ ਬੰਨੇ, ਅੱਗੇ ਲੱਗਣ ਨੂੰ ਕੋਈ ਤਿਆਰ ਨਹੀਂ। ਕੱਲ ਦੇ ਵਿੱਚ ਤੁਸੀਂ ਜੇ 1500 ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੇ ਸੀ ਨਾ ਮੁਜ਼ਾਹਰੇ ਕੀਤੇ ਆ, ਝੰਡੇ ਚਲਾਏ ਆ, ਸਰਕਾਰ ਦੀ ਪਿੱਠ ਛਾਪਾ ਕੀਤਾ ਵਾ, ਤੇ ਬੀਬੀਆਂ ਨੇ ਇੱਕ ਨਵਾਂ ਨਾਅਰਾ ਵੀ ਦੇ ਦਿੱਤਾ ਕੱਲ, ਕਹਿੰਦੀਆਂ ਡਰਦੇ ਦੀ ਮੋਦੀ ਤੇਰੀ ਕੁਰਸੀ ਤੋਂ ਖਿੱਚ ਲਿਆਵਾਂਗੇ ਕੁਰਸੀ ਤੋਂ। ਜਦੋਂ ਉਹਨਾਂ ਨੇ ਨਾਅਰਾ ਦਿੱਤਾ, ਇਹਦੇ ਨਾਅਰੇ ਦੀ ਵੀ ਚਰਚਾ। ਹੁਣ 321 ਪਿੰਡਾਂ ਦੇ ਵਿੱਚ ਸਰਹੱਦੀ ਖੇਤਰ ਦੇ ਵਿੱਚ, ਇਕੱਲੇ ਸਰਹੱਦੀ ਖੇਤਰ ਦੇ ਵਿੱਚ ਇਹ ਮੁਜ਼ਾਹਰੇ ਕੀਤੇ ਗਏ, ਪੁਤਲੇ ਸਾੜੇ ਗਿਆ, ਤੇ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਕਿ ਫਿਰ ਆਉਣ ਵਾਲੇ ਹਾਲਾਤ ਕਿੱਦਾਂ ਦੇ ਹੋ ਸਕਦੇ ਕਿ ਦੇਸ਼ ਜਿਹੜਾ ਪੰਜਾਬ ਉਹ ਦੇਸ਼ ਦੀ ਖੜਕ ਪਜਾਵਾ। ਇਹ ਉਹ ਸਰਦੀ ਖੇਤਰ ਦੇ ਲੋਕ ਨੇ, ਜਦੋਂ ਲੜਾਈਆਂ ਲੱਗ ਜਾਂਦੇ ਇਹ ਜੰਗ ਵੀ ਲੜਦੇ ਤੇ ਆਪਣਾ ਆਪ ਵੀ ਸੰਭਾਲਦੇ, ਆਪਣੇ ਪਰਿਵਾਰ ਵੀ ਸੰਭਾਲਦੇ। ਲੁਧਿਆਣੇ 100 ਲੈ ਲਓ ਤੁਸੀਂ, ਮੇਰੇ ਤਾਂ ਸੰਗਰੂਰ 'ਚ ਵੀ 100 ਆ, ਇੱਕ ਜਗ੍ਹਾ ਤੇ ਫਰੀਦਕੋਟ ਸ਼ਾਇਦ 50 ਆ, ਇੱਦਾਂ ਥੋੜੇ ਥੋੜੇ ਬਾਕੀ ਹੈਗੇ। ਬਾਕੀ ਸਭ ਤੋਂ ਵੱਧ ਜਿਹੜੇ ਆ ਇਹ ਮੁਜ਼ਾਹਰੇ ਸਰਹੱਦੀ ਖੇਤਰ ਅੰਮ੍ਰਿਤਸਰ 'ਚ ਨੇ। ਇਸ ਕਰਕੇ ਕੈਪਟਨ ਸਾਹਿਬ ਨੂੰ ਆਪਣੀ ਨੀਤੀ ਸਪਸ਼ਟ ਕਰਨੀ ਪਊਗੀ ਵੀ ਉਹ ਮੋਦੀ ਨਾਲ ਨੇ ਕਿ ਕਿਸਾਨਾਂ ਨਾਲ ਨੇ, ਜਿਹੜੇ ਕਹਿੰਦੇ ਨੇ ਵੀ ਵੇਖੋ ਕਿਸਾਨਾਂ ਨੂੰ ਆਪਣਾ ਧਰਨਾ ਜਿਹੜਾ ਹਾਲ ਦੀ ਕਰੀ, ਆਪਣਾ ਪ੍ਰੋਗਰਾਮ ਮੁਲਤਵੀ ਕਰ ਰਹੇ ਜਿਹੜੇ ਕਰੋਨਾ ਕਰਕੇ। ਜੀ। ਪੱਟੀ ਸਾਹਿਬ, ਮੈਂ
ਖਬਰ ਪੜ੍ਹ ਕੇ ਹਟਿਆ, ਸਰੋਤਿਆਂ ਨੂੰ ਸੁਣਾਈ ਵੀ ਆ ਕਿ ਇੱਕ ਸਾਊਥ ਵੈਸਟ ਏਅਰਲਾਈਨ ਹੈ ਅਮਰੀਕਾ ਦੀ, ਕੈਲੀਫੋਰਨੀਆ ਤੋਂ ਟੈਕਸਸ ਜਾ ਰਿਹਾ ਸੀਗਾ ਸੱਜਣ, ਕੋਈ ਅੜੀਅਲ ਹੁੰਦੇ ਨੇ ਕਈ। ਏਅਰ ਹੋਸਟਸ ਨੇ ਕਿਹਾ ਕਿ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਤੁਸੀਂ ਮਾਸਕ ਜਿਹੜਾ ਪਹਿਨੋ, ਉਹਨੇ ਨਹੀਂ ਪਹਿਨਿਆ, ਜਿਵੇਂ ਆਪਾਂ ਲਟਕਾ ਲੈਂਦੇ ਹਾਂ ਨੱਕ 'ਤੇ ਨਹੀਂ ਪਹਿਨਿਆ, ਉਹਨੇ ਥੋੜ੍ਹੀ ਜਿਹੀ ਬਦਤਮੀਜ਼ੀ ਜੀ ਕੀਤੀ। ਅਤੇ ਆਮ ਤੌਰ 'ਤੇ ਤਾਂ ਪੁਲਿਸ ਹੱਥ ਘੜੀਆਂ ਲਾ ਲੈਂਦੀ ਆ, ਪਰ ਇੱਥੇ 9,000 ਅਮਰੀਕਨ ਡਾਲਰ ਉਹਨੂੰ ਫਾਈਨ ਭੇਜਿਆ। ਅਤੇ ਵੈਸੇ ਇਹੋ ਜਿਹੇ ਮੌਕੇ 'ਤੇ ਜੇ ਡਿਪੈਂਡ ਕਰਦਾ ਆਫਿਸਰਸ 'ਤੇ, ਜਿਹੜਾ ਉਹ ਲਾਈਫ ਟਾਈਮ ਲਈ ਬੈਨ ਵੀ ਕਰ ਸਕਦਾ ਵੀ ਤੁਸੀਂ ਇਸ ਏਅਰਲਾਈਨ ਦੇ ਉੱਤੇ ਸਫ਼ਰ ਨਹੀਂ ਕਰਨਾ। ਸਾਡੇ ਵੀ ਕਈ ਵਾਰੀ ਪੰਜਾਬੀ 2 ਕੁ ਪੈਗ ਲੈ ਕੇ ਹਵਾ ਦੇ ਵਿੱਚ ਜਾਂਦੇ, ਉੱਥੇ ਆਕਸੀਜਨ ਘਟਿਆ ਹੁੰਦਾ ਥੋੜ੍ਹਾ ਜਿਹਾ ਲੈਵਲ ਉਹਦਾ, ਇਸ ਕਰਕੇ ਏਅਰ ਹੋਸਟਸ ਉਸ ਹਿਸਾਬ ਨਾਲ ਹੀ ਦਿੰਦੀਆਂ ਨੇ। ਪਰ ਅਸੀਂ 2 ਦਿਨ ਲਾ ਕੇ ਅਤੇ ਫਿਰ ਇਹ ਜਿਹੜੇ ਕੁਝ ਮਨਚਲੇ ਹੁੰਦੇ ਨੇ ਫਿਰ ਆਪਣੀਆਂ ਹਰਕਤਾਂ 'ਤੇ ਆ ਜਾਂਦੇ ਨੇ। ਫਿਰ ਉੱਤਰਦੇ ਹੀ ਏਅਰਪੋਰਟ 'ਤੇ ਸਿੱਧੇ ਹੀ ਪੁਲਿਸ ਖਲੋਤੀ ਹੁੰਦੀ ਹੈ ਗੇਟ 'ਤੇ, ਜਿਹੜੇ ਹੱਥ ਜੋੜ ਕੇ ਚੜਾਏ ਹੁੰਦੇ ਨਾ ਵੈਲਕਮ ਜੀ ਆਇਆਂ ਨੂੰ, ਉੱਥੇ ਹੱਥ ਘੜੀਆਂ ਲੈ ਕੇ ਖਲੋਤੇ ਹੁੰਦੇ। ਕਈਆਂ ਨੂੰ ਲੱਗੀਆਂ ਨੇ ਪੁਲਿਸ ਦੀ ਇਹ ਤਾਂ ਕਾਰਵਾਈ ਹੈ ਕਿ ਉਹਨਾਂ ਨੇ 9,000 ਡਾਲਰ ਇਹਨੂੰ ਫਾਈਨ ਪਾ ਦਿੱਤਾ। ਹੁਣ ਗਾਂਹ ਕੀ ਕਾਰਵਾਈ ਹੈ ਉਹ ਗੱਲ ਵੱਖਰੀ ਹੈ, ਪਰ ਇਹ ਹੈ ਇੱਥੋਂ ਦਾ ਐਕਸ਼ਨ। ਹੋਰ ਕਈਆਂ ਥਾਵਾਂ 'ਤੇ ਵੀ ਐਕਸ਼ਨ ਹੁੰਦੇ ਨੇ, ਪਰ ਇੱਥੋਂ ਵਾਲਾ ਇੱਕ ਐਕਸ਼ਨ ਆ ਦਰਿੰਦਗੀ ਭਰਿਆ। ਮਾਸਕ ਨਾ ਪਹਿਨ ਤੇ ਨੌਜਵਾਨ ਦੇ ਹੱਥਾਂ ਪੈਰਾਂ ਵਿੱਚ ਠੋਕੇ ਕਿੱਲ। ਹੋਏ 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 ਕੀ ਕਹਿਣਾ ਚਾਵਲਾ ਸਾਹਿਬ, ਇਹ ਘਟਨਾਵਾਂ ਜਿਹੜੀਆਂ ਜ਼ਿਆਦਾਤਰ ਜਾ ਕੇ ਯੂਪੀ 'ਚ ਵਾਪਰਦੀਆਂ। ਇਹ ਘਟਨਾ ਬਰੇਲੀ ਦੀ ਹੈ। ਪਹਿਲਾਂ ਤੇ ਉਹਨੇ ਮਾਸਕ ਨਹੀਂ ਪਾਇਆ ਤੇ ਉਹਦੀ ਕੁੱਟਮਾਰ ਕਰਦੇ ਨੂੰ ਥਾਣੇ ਲੈ ਗਏ। ਥਾਣੇ ਜਾ ਕੇ ਦਰਿੰਦਗੀ ਦੀ ਹੱਦ ਹੁੰਦੀ, ਉਹਦੇ ਪੈਰਾਂ ਤੇ ਹੱਥਾਂ ਦੀ ਕਿੱਲ ਠੋਕ ਦਿੱਤੀ। ਫਿਰ ਉਹਦੇ ਪਰਿਵਾਰ ਨੇ ਪਹੁੰਚ ਕੀਤੀ, ਉਹਨੂੰ ਛੱਡਿਆ ਗਿਆ। ਛੱਡਣ ਤੋਂ ਬਾਅਦ ਜਦੋਂ ਵੇਖਿਆ ਕਿ ਕਿੱਲ ਠੋਕੇ ਨੇ, ਫਿਰ ਮੀਡੀਆ ਨੂੰ ਗੱਲ ਉਛਾਲੀ ਤੇ ਮੁੜ ਕੇ SSP ਕਹਿੰਦਾ ਵੀ ਆਪੇ ਠੋਕਿਆ ਜੀ, ਅਸੀਂ ਨਹੀਂ ਠੋਕੇ। ਓਏ ਹੋਏ ਦੱਸੋ। ਹੁਣ ਮੀਡੀਆ ਤੋਂ ਆਉਣ ਤੋਂ ਬਾਅਦ ਉਹਦੀ ਪੜਤਾਲ ਹੋ ਰਹੀ ਹੈ ਕਿ ਇਹ ਕਿੱਲ ਨੇ ਆਪੇ ਠੋਕੇ, ਕਿਹਨੇ ਠੋਕੇ। ਚਾਵਲਾ ਸਾਹਿਬ, ਪੁਲਿਸ ਦੀ ਪਤਾ ਨਹੀਂ ਕਿਉਂ ਇੰਨੀ ਦਰਿੰਦਗੀ ਹੈ। ਉਹਨਾਂ ਦੇ ਬੱਚੇ ਘਰ ਨਹੀਂ ਹੈਗੇ, ਨਹੀਂ ਆਪਣੇ ਬੱਚਿਆਂ ਨੂੰ ਵੇਖ ਲਓ, ਸਾਡੇ ਬੱਚੇ ਵੀ ਹੈਗੇ। ਪਹਿਲੀ ਗੱਲ ਤਾਂ ਇਹ ਬੰਦੇ ਦਾ, ਇਸ ਨੌਜਵਾਨ ਦਾ ਪੱਟੀ ਸਾਹਿਬ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰੋ ਕਿ ਕੌਣ ਹੈ, ਜੀ ਜੀ ਜੀ, ਕਿਸ ਮਜ਼ਹਬ ਨਾਲ ਬਿਲੋਂਗ ਕਰਦਾ, ਕਿਸ ਮਤਲਬ ਜਾਤ ਨਾਲ ਬਿਲੋਂਗ ਕਰਦਾ ਹੈ। ਦੇਰ ਗੋਣਾ ਬੀ ਸਮਥਿੰਗ ਰੋਂਗ। ਏਡੀ ਜ਼ੁਲਮ ਪੁਲਿਸ ਆਪਾਂ ਦੇਖਿਆ ਪੰਜਾਬ ਦੇ ਵਿੱਚ ਕੀ ਕੁਝ ਨਹੀਂ ਕੀਤਾ, ਬੁੱਚੜਗਿਰਦੀ ਥੋੜ੍ਹੀ ਕੀਤੀ ਹੈ, ਬੜੀ ਬੁੱਚੜਗਿਰਦੀ ਕੀਤੀ। ਇੱਥੇ ਵੀ ਕਈ ਮਾਫ ਕਰਨਾ ਵੱਡੇ ਵੱਡੇ ਅਦਾਰੇ ਨੇ ਸਾਡੇ ਜਿਹੜੇ ਬਿਜ਼ਨਸਮੈਨਾਂ ਦੇ, ਹੈ ਨਾ, ਬਹੁਤ ਵੱਡੇ ਵੱਡੇ ਅਦਾਰੇ। ਅਤੇ ਮੈਨੂੰ ਕਈ ਵਾਰੀ ਪੁੱਛਦੇ, ਯਾਰ ਫਲਾਣੇ ਬੰਦੇ ਬੜੇ ਗੁਰਸਿੱਖ ਜੇ, ਤੈਨੂੰ ਐਡ ਕਿਉਂ ਨਹੀਂ ਦਿੱਤੀ? ਅਤੇ ਪਤਾ ਲੱਗਦਾ ਬਾਅਦ ਦੇ ਵਿੱਚ ਵੀ ਪਿਛੋਕੜ ਤਾਂ ਭਾਈ ਕੋਈ ਹੋਰ ਹੀ ਆ। ਉਹਨਾਂ ਸਾਨੂੰ ਖੇਤ ਸਵਾਹ ਐਡ ਦੀ, ਜਿਹਨਾਂ ਨੂੰ ਅਸੀਂ ਬੁੱਚੜ ਕਹਿੰਦੇ ਹਾਂ, ਜਾਂ ਉਹਨਾਂ ਦੇ ਰਿਸ਼ਤੇਦਾਰਾਂ ਨੇ ਸਾਨੂੰ ਖੇ ਸਵਾਹ ਐਡ ਦੇਣੀ, ਜਿਹਨਾਂ ਨੂੰ ਅਸੀਂ ਬੁੱਚੜ ਕਹਿ ਕੇ, ਅਤੇ ਉਹਨਾਂ ਦੇ ਧੀਆਂ ਪੁੱਤ ਜਿਹੜੇ ਇੱਥੇ ਕਾਰੋਬਾਰ, ਉਹਨਾਂ ਦੀ ਲੁੱਟੀ ਹੋਈ ਜਿਹੜੀ ਰਕਮ ਆ, ਨੌਜਵਾਨਾਂ ਨੂੰ ਮਾਰ ਮਾਰ ਕੇ ਫੀਤੀਆਂ ਵਧਾ ਵਧਾ ਕੇ, ਉਹਨਾਂ ਨੇ ਸਾਨੂੰ ਐਡ ਥੋੜ੍ਹੀ ਦੇਣੀ ਹੈ। ਉਹਨਾਂ ਦਾ ਲੱਖ ਵਾਰ ਦਾੜਾ ਪ੍ਰਕਾਸ਼ ਹੋਇਆ ਹੋਵੇ, ਹਾਂ, ਉਹ ਅੰਦਰੋਂ ਥੋੜ੍ਹੀ ਸਿੱਖ ਆ। ਤਾਂ ਮਰੀ ਜ਼ਮੀਰ ਵਾਲੇ ਨੇ, ਉਹਨਾਂ ਜ਼ਮੀਰਾਂ ਗਹਿਣੇ ਰੱਖ ਰੱਖ ਕੇ ਮਾਵਾਂ ਦੇ ਪੁੱਤ ਮਾਰ ਮਾਰ ਕੇ ਫੀਤੀਆਂ ਲਾਈਆਂ ਨੇ ਆਪਣੀਆਂ। ਉਹ ਉਹਨੂੰ ਐਡ ਦੇਣਗੇ ਜਿਹੜਾ ਕੌਮ ਦੇ ਜੜ੍ਹਾਂ 'ਚ ਤੇਲ ਚੋ ਰਿਹਾ ਹੋਊਗਾ, ਪਾਣੀ ਪਾ ਰਿਹਾ ਹੋਊਗਾ, ਤੇਲ ਚੋਣ ਵਾਲੀ ਗੱਲ, ਸੌਰੀ, ਜਿਹੜਾ ਵੱਢ ਰਿਹਾ ਹੋਊਗਾ ਬਰਬਾਦ। ਉੱਦਾਂ ਸਾਨੂੰ ਉਹ ਸ਼ਾਬਾਸ਼ ਦਿੰਦੇ, ਮਿਲਦੇ ਸਾਨੂੰ ਬੜੇ, ਬਾਅਦ 'ਚ ਪਤਾ ਲੱਗਦਾ ਅੱਛਾ ਇਹ ਉਹ, ਹਾਂ 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 ਠੀਕ ਹੈ। ਤਾਈਓ ਹੀ ਥੋੜ੍ਹੇ ਸਮੇਂ ਦੇ ਵਿੱਚ ਵੱਡੇ ਵੱਡੇ ਮਤਲਬ ਕਾਰਪੋਰੇਟ ਖੋਲ੍ਹ ਲੈਣੇ। ਅਸੀਂ 24 ਸਾਲ ਹੋ ਗਏ, 25 ਸਾਲ ਰੇਡੀਓ ਕਰਦਿਆਂ ਨੂੰ, ਸਾਡੇ ਕੋਲ ਮਰ ਕੇ ਘਰ ਨਹੀਂ ਫਰੀ ਹੋਏ। ਅਤੇ ਇੱਥੇ ਆ ਕੇ ਬਿਲੀਅਨਸ ਦੇ ਸੌਦੇ ਕਰਨੇ, ਬਿਲੀਅਨਸ ਦੇ ਮਤਲਬ ਦਿਨਾਂ ਦੇ ਵਿੱਚ ਹੀ ਏਡੀਆਂ ਵੱਡੀਆਂ ਇੰਡਸਟਰੀਆਂ ਪੈਦਾ ਕਰ ਲੈਣੀਆਂ। ਇੱਕ ਛੋਟਾ ਜਿਹਾ ਕੰਮ ਥੋੜ੍ਹੀ ਹੁੰਦਾ, ਪਿੱਛੇ ਕੁਝ ਨਾ ਕੁਝ ਹੈ, ਕੁਛ ਨਾ ਕੁਛ ਹੈ। ਸੋ ਉਹਨਾਂ ਨੇ ਸਾਨੂੰ ਕਿੱਥੋਂ ਐਡਾਂ ਦੇਣੀਆਂ ਨੇ। ਇਹ ਜਿਹੜੀ ਪੰਜਾਬ ਦੇ ਵਿੱਚ ਦਰਿੰਦਗੀ ਹੋਈ ਆ, ਇਹ ਤਾਂ ਉਦੋਂ ਉੱਤੇ ਵੀ ਲੱਗਦੀ ਹੈ, ਪਰ ਇਹੋ ਜਿਹੀਆਂ ਦਰਿੰਦਗੀਆਂ ਪੰਜਾਬ ਦੇ ਨੌਜਵਾਨਾਂ ਨੇ ਇਹਨਾਂ ਨਾਲ ਹੰਢਾ ਚੁੱਕੇ ਨੇ। ਲਾਹਨਤੀ ਸਾਡੇ ਲੀਡਰਾਂ ਦੇ ਮਗਰ ਲਾ ਕੇ, ਬੇਸ਼ਰਮ ਸਾਡੇ ਲੀਡਰਾਂ ਦੇ ਮਗਰ ਲਾ ਕੇ, ਕੌਮ ਦੇ ਜਥੇਦਾਰਾਂ ਦੇ ਬੇਸ਼ਰਮ ਉਹ ਜਿਹੜੇ ਬੇਸ਼ਰਮੀ ਦੀਆਂ ਚਾਦਰਾਂ
ओड़ी बैठे ने, ला के बैठे ने ਜਿਹੜੇ ਉਹਨਾਂ ਦੀ ਗੱਲ ਕਰਦਾ, ਜਿਹੜੇ ਅਸਲੀ ਨਹੀਂ ਉਹ ਮਾਫ ਕਰਨਾ, ਜਿਹੜੇ ਕੌਮ ਨਾਲ ਦਰਦ ਰੱਖਦੇ ਨੇ ਉਹ ਨਾ ਆਪਣੇ ਤੇ ਲੈ ਲਿਓ। ਕੀ ਨਹੀਂ ਹੋਇਆ ਪੰਜਾਬ ਦੀ ਨੌਜਵਾਨੀ ਨਾਲ? ਆ ਯਾਰ ਸੁਣ ਲਓ, ਆ ਆਈ ਪੁਲਿਸ ਮਾਸਕ ਨਾ ਪਹਿਨਣ ਤੇ ਨੌਜਵਾਨ ਦੇ ਹੱਥਾਂ ਦੇ ਪੈਰਾਂ ਵਿੱਚ ਠੋਕੇ ਕਿੱਲ, ਤੇ SSP ਕਹਿ ਰਿਹਾ ਨਿਆਪੇ ਠੋਕ ਲੈ। ਕਿਆ ਬਾਤ, ਕਿਤੇ ਮਾਰ ਕੇ ਵੇਖੋ ਸਾਨੂੰ ਕੋਈ ਸੂਈ ਮਾਰੀ ਜੀ। ਬਿਲਕੁਲ ਜੀ, ਬਿਲਕੁਲ। ਹਾਂਜੀ, ਤੁਸੀਂ ਕੁਝ ਕਹਿ ਰਹੇ ਸੀ। ਨਹੀਂ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਜਿਹੜੇ ਪੰਜਾਬ ਅੱਜ ਦੀ ਇਹਦੇ ਕੋਈ ਤਸ਼ੱਦਦ ਜਿਹੜਾ ਇਹਨੂੰ ਵਿਰਸੇ ਚ ਮਿਲਿਆ, ਤੁਸੀਂ ਮੁਗਲਾਂ ਦੀ ਗੱਲ ਲੈ ਲਓ, ਤੁਸੀਂ ਅੰਗਰੇਜ਼ਾਂ ਦੀ ਗੱਲ, ਮੁੜ ਕੇ ਆਪਣੇ ਦੀ ਗੱਲ ਲੈ ਲਓ, ਜਿਨ੍ਹਾਂ ਸਾਡੀ ਰੱਖਿਆ ਕਰਨੀ ਸੀ ਉਹਨਾਂ ਵੀ ਸਾਡੇ ਤੇ ਤਸ਼ੱਦਦ ਕੀਤਾ, ਉਹਨਾਂ ਵੀ ਸਾਨੂੰ ਮਾਰਿਆ, ਸਾਡੇ ਨੌਜਵਾਨ ਮਾਰੇ। ਉਹਨਾਂ ਘੱਟ ਜਿਹੜੀ ਗੱਲ ਕੀਤੀ, ਇੰਨੀ ਗੱਲ ਸੀ ਇਹਨਾਂ ਅਨਾਊਂਸ ਨਹੀਂ ਕੀਤਾ। ਅਨਾਊਂਸ ਕਰਤਾ ਸੀ ਕੋਈ ਸਿੱਖਾ ਨਹੀਂ ਰਿਹਾ, ਇਹਨਾਂ ਨੂੰ ਅਨਾਊਂਸ ਕਰਨਾ ਚਾਹੀਦਾ ਕੋਈ ਸਿੱਖ ਮੁੰਡਾ ਨਹੀਂ ਰਿਹਾ, ਜਵਾਨ ਮੁੰਡਾ ਨਹੀਂ ਛੱਡਿਆ ਸੀ। ਚਲੋ ਉਸ ਟਾਈਮ ਦੇ ਉੱਤੇ ਕੋਈ ਬੋਲਦਾ ਨਹੀਂ ਸੀ। ਤੇ ਜੇ ਸਤਪਾਲ ਡਾਂਗ ਨੇ ਕਿ ਹਿੰਮਤ ਕਰਕੇ ਪਹਿਲੀ ਵਾਰੀ ਦਰਿੰਦਗੀ ਦੀ ਆਵਾਜ਼ ਬੁਲੰਦ ਕੀਤੀ ਸੀ ਤੇ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਨੇ ਐਕਸ਼ਨ ਲਿਆ ਸੀ, ਉਹਨਾਂ ਨੂੰ ਬਾਅਦ ਸਜ਼ਾ ਵੀ ਹੋਈ। ਉਸ ਤੋਂ ਬਾਅਦ ਬੁਨਿਆਦ ਰੱਖੀ ਗਈ, ਲੋਕ ਬੋਲਣ ਲੱਗ ਪਏ। ਇੱਕ ਪੰਥਕ ਅਖਬਾਰ ਨੇ ਲਿਖਿਆ ਸੀ ਮਗਰਮੱਛ ਦੇ ਹੰਝੂ। ਭਾਈ ਜੇ ਕੋਈ ਚੰਗਾ ਕੰਮ ਕਰਦਾ ਉਹਨੂੰ ਚੰਗਾ ਵੀ ਕਹਿ ਲਿਆ ਕਰੋਗੇ। ਪਰ ਗੱਲ ਇਹ ਹੈ ਨਾ ਵੀ ਉਹ ਸਤਪਾਲ ਡਾਂਗ ਸੀ, ਖਾਲੜਾ ਨਹੀਂ ਸੀ ਨਾ। ਬਿਲਕੁਲ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨਹੀਂ ਸੀ। ਚਲੋ ਅੱਜ ਤੁਹਾਡੇ 27 ਤਰੀਕ ਹੈ ਤੇ 27 ਤਰੀਕ ਦਾ ਇੱਕ ਵਾਰੀ ਫਿਰ ਤੋਂ ਇਤਿਹਾਸ ਦੁਹਰਾ ਦਈਏ। 27 ਮਈ 1710 ਨੂੰ ਜਿਹੜੇ ਕਿਸਾਨ ਅੱਜ ਦਿੱਲੀ ਦੇ ਤਖਤ ਦੇ ਮੋਹਰੇ ਇਨ ਬੀਟਵੀਨ ਬੈਠੇ ਨੇ, ਹਰਿਆਣੇ ਤੇ ਦਿੱਲੀ ਦੇ ਵਿਚਕਾਰ ਮੋਰਚਾ ਲਾ ਕੇ ਪਿਛਲੇ 6 ਮਹੀਨੇ ਤੋਂ, ਜਿਨ੍ਹਾਂ ਨੇ ਅੱਜ ਕਾਲਾ ਦਿਵਸ ਮਨਾਇਆ, ਇਹਨਾਂ ਕਿਸਾਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਹਾਂਜੀ ਉਸ ਮਹਾਨ ਯੋਧੇ ਨੇ ਇੱਕ ਦੀਵਾਨ ਲਾਇਆ ਸੀ ਅੱਜ ਦੇ ਦਿਨ 27 ਮਈ 1710 ਨੂੰ, ਤੇ ਇੱਕ ਖਾਲਸਾ ਰਾਜ ਸਥਾਪਿਤ ਕੀਤਾ ਸੀਗਾ। ਸ਼ਾਇਦ ਤੁਹਾਨੂੰ ਯਾਦ ਹੋਵੇਗਾ ਹਿਸਟਰੀ ਦੇ ਵਿੱਚ ਥੋੜੀ ਵੱਡੀ ਘਟਨਾ ਹੈ। ਪਹਿਲੀ ਵਾਰੀ ਖਾਲਸਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ, ਦੂਜਾ ਖਾਲਸਾ ਰਾਜ ਪਿੰਡ ਫਤਿਆਬਾਦ, ਡਿਸਟ੍ਰਿਕਟ ਅੰਮ੍ਰਿਤਸਰ, ਤਹਿਸੀਲ ਤਰਨਤਾਰਨ, ਦਾਸ ਦਾ ਪਿੰਡ, ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਪਿੰਡ ਫਤਿਹ ਕਰਕੇ ਉੱਥੇ ਖਾਲਸਾ ਰਾਜ ਦਾ ਝੰਡਾ ਚਲਾਇਆ ਸੀ। ਪਿੰਡ ਫਤਿਆਬਾਦ ਵਿੱਚ ਦੂਸਰਾ ਖਾਲਸਾ ਰਾਜ ਸਾਡੇ ਪਿੰਡ ਦੇ ਵਿੱਚ ਚੜ੍ਹਿਆ। ਇਹ ਇਤਿਹਾਸਕ ਤੱਥ ਨੇ। ਉੱਥੇ ਸ੍ਰੀ ਤਰਨਤਾਰਨ ਸਾਹਿਬ ਦੀ ਰਜਿਸਟਰੀ ਹੋਈ ਹੈ ਉਸ ਸਮੇਂ। ਇਹ ਗੱਲ ਵੱਖਰੀ ਹੈ ਕਿ ਮੇਰੇ ਦੇਸ਼ ਦੇ ਨੇਤਾਵਾਂ ਦੇ ਵਿੱਚੋਂ ਸਾਡੇ ਪਿੰਡ ਦੇ ਰਾਜਨੀਤਿਕ ਜਿਹੜੇ ਲੋਕ ਸਨ, ਕੁਝ ਪਿੰਡ ਵਾਸਤੇ ਨਹੀਂ ਲੈ ਸਕੇ। ਇਹ ਅਫਸੋਸ ਹੈ। ਬੜਾ ਵੱਡਾ ਇਤਿਹਾਸਕ ਕਿਲ੍ਹਾ ਸ਼ੇਰਸ਼ਾਹ ਸੂਰੀ ਦਾ, ਬੜੀ ਵੱਡੀ ਇਤਿਹਾਸਕ ਮਸਜਿਦ ਆ ਉੱਥੇ, ਜਿੱਥੇ ਅਸੀਂ ਪੜ੍ਹਦੇ ਰਹੇ ਹਾਂ ਛੋਟੇ ਹੁੰਦੇ, 5ਵੀਂ ਕਲਾਸ ਤੱਕ ਸਕੂਲ ਲੱਗਦਾ ਰਿਹਾ। ਬਹੁਤ ਇਤਿਹਾਸਕ ਨਗਰੀ ਹੈ। ਬੜੇ ਵੱਡੇ ਵੱਡੇ ਉੱਥੇ ਜੰਗ ਹੋਏ ਨੇ, ਜੁੱਧਾਂ ਹੋਈਆਂ ਨੇ ਉੱਥੇ, ਬਹੁਤ ਵੱਡਾ ਕੁਝ ਉੱਥੇ ਹੋਇਆ। ਪਰ ਸਾਡੇ ਲੀਡਰ ਨਹੀਂ ਲੈ ਸਕੇ ਅਜੇ ਤੱਕ, ਉਹਨੂੰ ਤਹਿਸੀਲ ਨਹੀਂ ਬਣਾ ਸਕੇ। ਕਿੰਨੀ ਵੱਡੀ ਉਸ ਪਿੰਡ ਦੀ ਗਾਥਾ ਹੋਊ ਜਿੱਥੇ ਸ੍ਰੀ ਤਰਨਤਾਰਨ ਸਾਹਿਬ ਦੀ ਰਜਿਸਟਰੀ ਹੋਈ ਹੈ। ਇਸ ਪਿੰਡ ਦੇ ਵਿੱਚ ਹੋਰ ਵੀ ਬੜੀਆਂ ਇਸ ਪਿੰਡ ਦੇ ਵਿੱਚ ਹੋਰ ਵੀ ਬੜੇ ਤਗੜੇ ਬੜੇ ਇੱਕ ਰਿਸ਼ਤਾ ਬੜਾ ਵੱਡਾ ਹੋਇਆ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਆਈ ਥਿੰਕ ਰਿਸ਼ਤੇ ਦੇ ਵਿੱਚੋਂ ਸ਼ਾਮ ਸਿੰਘ ਟਾਰੀ, ਸਮਥਿੰਗ ਲਾਈਕ ਦੈਟ। ਮੈਂ ਪੜ੍ਹ ਰਿਹਾ ਸੀ, ਮੈਨੂੰ ਵਿਸਰ ਗਿਆ। ਐਡਾ ਵੱਡਾ ਇਤਿਹਾਸਕ ਨਗਰ ਹੈ। ਖੈਰ, ਬਹੁਤ ਵੱਡੀ ਇੱਕ ਮਤਲਬ ਇਤਿਹਾਸਕ ਜਿਹੜੀ ਗੱਲ ਕਰ ਰਹੇ ਸਾਂ ਆਪਾਂ। ਤੁਸੀਂ ਕੁਝ ਕਹਿ ਰਹੇ ਸੀ ਪਲੀਜ਼। ਨਹੀਂ, ਮੈਂ ਤਾਂ ਸਿਰਫ ਇਹ ਕਹਿ ਰਿਹਾ ਸੀਗਾ ਕਿ ਵੇਖੋ ਏਡਾ ਵੱਡਾ ਇਤਿਹਾਸਕ ਕਸਬਾ ਹੋਇਆ, ਅਸੀਂ ਬਿਲਕੁਲ ਨਹੀਂ ਸੰਭਾਲਿਆ। ਈਵਨ ਇੱਥੋਂ ਤੱਕ ਸ਼੍ਰੋਮਣੀ ਕਮੇਟੀ ਨਿਗਾਹ ਤੱਕ ਨਹੀਂ ਗਈ। ਜੱਸਾ ਸਿੰਘ ਰਾਮਗੜੀਆ ਦਾ ਬੁੰਗਾ ਤੇ ਸਾਮਗੜੀਏ ਭਾਈਚਾਰੇ ਨੇ ਜ਼ੋਰ ਲਾ ਕੇ ਸੰਭਾਲ ਲਿਆ, ਵੀ ਤੇ ਉਹੀ ਧੌਣ ਲੱਗੇ ਸੀ। 84 ਬੁੰਗਿਆਂ ਦੇ ਸਿਰਫ ਇੱਕ ਮੋਗਾ ਬੱਚਾ ਜੱਸਾ ਸਿੰਘ ਰਾਮਗੜੀਆ ਵਾਲੇ, ਬਾਕੀ ਸਭ ਬੁੰਗੇ ਢਾ ਦਿੱਤੇ ਗਏ। ਤੇ ਬੁੰਗੇ ਜਿਹੜੇ ਸੀ ਬੇਸਿਕਲੀ ਸਾਡੇ ਪ੍ਰਚਾਰ ਦੇ ਕੇਂਦਰ ਸਨ। ਹਰ ਬੁੰਗੇ 'ਚ ਆਪਣਾ ਲੰਗਰ ਬਣਦਾ ਸੀ। ਅੱਜ ਬੀਬੀ ਜਗੀਰ ਕੌਰ ਨੇ ਜਿਹੜਾ ਲੰਗਰ ਬੰਦ ਕੀਤਾ ਬਾਹਰ ਸੰਗਤਾਂ ਦਾ, ਬੜੇ ਅਫਸੋਸ ਦੀ ਗੱਲ ਆ। ਜੇ ਤੜਕੇ ਉੱਠ ਕੇ ਵਿਚਾਰੇ ਆਪਣਾ ਲੰਗਰ ਬਣਾ ਕੇ ਸੰਗਤ ਨੂੰ ਛਕਾ ਦਿੰਦੇ ਤੇ ਕੀ ਗੁਨਾਹ ਕਰ ਦਿੰਦੇ।
ਬੇਈ ਦਾ ਇਹ ਸੀ ਵੀ ਜੱਸਾ ਸਿੰਘ ਜਿਹੜੀ ਆਲੂ ਵਾਲੀਆ ਵਾ ਉਹਦੀ ਫਤਿਆਬਾਦ ਦੀ ਰਾਜਧਾਨੀ ਸੰਭਾਲਿਆ ਜਾਂਦਾ, ਉਹਨੂੰ ਇੱਕ ਜਿਹੜੀ ਤਰੁਦਰ ਬਣਾਇਆ ਜਾਂਦਾ, ਉਹਨੂੰ ਇੱਕ ਸਾਰਾ ਇਤਿਹਾਸਕ ਸਥਾਨ ਬਣਾਇਆ ਜਾਂਦਾ। SGPC ਸਰਕਾਰ ਨਹੀਂ ਕਰਦੀ ਤੇ SGPC ਆਪਣੇ ਲੈਵਲ ਤੇ ਕਰੇ। ਇਹ 100 ਕਰੋੜ ਲਾਜ਼ਮੀ ਨੂੰ ਕੀ ਫਰਕ ਪੈਣ ਲੱਗਾ? ਬਿਲਕੁਲ 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 ਬਿਲਕੁਲ। ਉੱਥੇ ਬਕਾਇਦਾ ਤੌਰ ਤੇ ਜ਼ੈਬ ਘਰ ਬਣਾਵੇ ਉਹਨਾਂ ਦਾ ਪਿਆ ਸਾਰੇ ਸਿੱਖ ਜਰਨੈਲ ਨੇ, ਪਰ ਇਹਨਾਂ ਨੂੰ ਕੌਣ ਸਮਝਾਵੇ ਤੇ ਕੌਣ ਦੱਸੇ ਇਹਨਾਂ ਨੂੰ? ਬਿਲਕੁਲ ਉਸ ਇਤਿਹਾਸਕ ਕਿਲੇ ਦਾ ਹੀ ਇੱਕ ਉਹਦੀ ਕਿਤੇ ਮਤਲਬ ਖਿਆਲ ਰੱਖਿਆ ਜਾਵੇ ਜਿਹੜਾ ਬਣਿਆ ਸੀ ਖਮ ਤੇ ਢੇਰੀ ਕਰ ਦਿੱਤਾ ਪੂਰਾ ਉਹਨੂੰ ਡਿਪਾਰਟਮੈਂਟ ਜਿਹੜਾ ਹੈਗਾ ਉਹਦੇ ਨਾਲ ਸਭ ਕੁਝ ਕੀਤਾ। 27 ਮਈ ਤੇ 1710 ਦਾ ਤੁਹਾਡਾ ਇਤਿਹਾਸਕ ਦਿਨ ਹੈ। ਅੱਜ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦੀ ਨੀਂਹ ਰੱਖੀ ਸੀਗੀ ਤੇ ਇਹ ਕਿਸਾਨਾਂ ਨੂੰ ਇਹਨਾਂ ਨੂੰ ਜਿਹੜੇ ਜਿਨ੍ਹਾਂ ਥੱਲੇ ਜ਼ਮੀਨ ਵਗਦੀ ਸੀ ਉਹਨਾਂ ਦੇ ਮਾਲਕਾਨਾ ਹੱਕ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੇ ਸੀ। ਰਾਜੇਵਾਲ ਨੇ ਕਿਹਾ ਕਿ ਮੋਰਚੇ ਨੂੰ ਬਦਨਾਮ ਕਰਨ ਲਈ ਪਹਾੜੇ ਦੇ ਟੱਟੂ ਆ ਕੇ ਮੋਰਚੇ ਵਿੱਚ ਖਰੂਦ ਕਰ ਰਹੇ ਨੇ। ਜੀ ਇਹ ਇਸ਼ਾਰਾ ਕਿੱਧਰ ਨੂੰ ਚੱਲ ਗਿਆ? ਪਹਾੜੇ ਦੇ ਟੱਟੂ ਕਿਹੜੇ ਨੇ? ਇਹਦੇ ਵਿੱਚ ਉਹਨਾਂ ਨੇ ਕੱਲ ਆਪਣੀ ਸਪੀਚ ਚ ਨਹੀਂ ਗੱਲ ਕਹੀ ਵੀ ਕੁਝ ਪੇੜ ਬੰਦੇ ਜਿਹੜੇ ਆਉਂਦੇ ਆ, ਬਹੁਤ ਥੋੜੇ ਬੰਦੇ ਉਹ ਆਉਂਦੇ ਤੇ ਉਹਨਾਂ ਦੀ ਸ਼ਨਾਖਤ ਜਦੋਂ ਪਿੰਡ ਵਾਲੇ ਬੰਦੇ ਭੇਜਦੇ ਉਹ ਚੰਗੀ ਤਰ੍ਹਾਂ ਕਰ ਲੈਣ ਉਹਨਾਂ ਦੀ। ਉਹ ਆ ਕੇ ਇੱਥੇ ਸ਼ਰਾਬ ਵੀ ਪੀਂਦੇ ਤੇ ਖਰੂਦ ਵੀ ਕਰਦੇ ਆ। ਅਸੀਂ ਤੇ ਬਹੁਤਾ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ। ਅਸੀਂ ਪਿੰਡ ਵਾਲਿਆਂ ਨੂੰ ਅਪੀਲ ਕਰਦੇ ਆ ਕਿ ਉਹ ਉਹਨਾਂ ਦਾ ਖਿਆਲ ਰੱਖਣ ਕਿ ਇਹੋ ਜਿਹੇ ਬੰਦੇ ਇੱਥੇ ਨਾ ਭੇਜਣ। ਦੂਸਰੀ ਚੀਜ਼ ਉਹਨਾਂ ਗੱਲ ਕਹੀ ਹੈ, ਉਹਨਾਂ ਇੰਨੀ ਗੱਲ ਕਹੀ, ਇੱਕ ਤੇ ਗੱਲ ਸਾਬਤ ਹੋ ਗਈ ਜੀ। ਚਾਵਲਾ ਸਾਹਿਬ ਵੱਡੀ ਸਭ ਤੋਂ ਗੱਲ ਆ, ਅੱਜ ਦੀ ਡੇਟ ਦੇ ਵਿੱਚ ਜੇ ਮੋਦੀ ਦੇ ਰੱਥ ਨੂੰ ਕਿਸੇ ਰੋਕਿਆ ਤੇ ਉਹ ਕਿਸਾਨਾਂ ਨੇ ਰੋਕਿਆ, ਬਾਕੀ ਕੋਈ ਪਾਰਟੀ ਨਹੀਂ ਰੋਕ ਸਕਦੀ। ਜੇ ਬੰਗਾਲ ਦੇ ਵਿੱਚ ਰਾਜੇਵਾਲ ਸਾਹਿਬ ਨੇ ਕਿਹਾ ਵੀ ਐਂਟੀ ਇਨਕੰਪੈਂਸੀ ਚੱਲਦੀ ਸੀ ਮਮਤਾ ਦੇ ਖਿਲਾਫ, ਜਦੋਂ ਸਾਡੇ ਜੱਥੇ ਗਏ ਆ ਅਸੀਂ ਜਾ ਕੇ ਆਪਣੀ ਲੈਟਰ ਵੰਡੀ, ਉੱਥੇ ਜਾ ਕੇ ਪਿੰਡਾਂ 'ਚ ਅਸੀਂ ਘਰ ਗਏ ਵੀ ਆਹ ਲੈਟਰ ਆਹ ਹਾਲਤ ਆ ਕਿਸਾਨ ਦੀ, ਤੇ ਕਿਸਾਨਾਂ ਦੇ ਕਰਕੇ ਪਾਲਸਾ ਪਟ ਗਿਆ ਤੇ ਮਮਤਾ ਉੱਥੇ ਫਿਰ ਜਿੱਤੀ। ਇੱਥੋਂ ਸਪਸ਼ਟ ਹੁੰਦਾ ਵੀ ਮੋਦੀ ਦੇ ਰੱਥ ਨੂੰ ਜੇ ਰੋਕਿਆ ਤੇ ਕਿਸਾਨਾਂ ਨੇ ਰੋਕਿਆ, ਬਾਕੀ ਕੋਈ ਪਾਰਟੀ ਨਹੀਂ ਰੋਕ ਸਕੀ। ਹਰ ਜਗ੍ਹਾ ਜੇਤੂ ਕੇ ਨਿਕਲਦੇ ਰਹੇ। ਜਿਹੜੀ ਹੁਣ ਚਿੱਠੀ ਲਿਖੀ ਗਈ ਆ, ਆਪਾਂ ਕੱਲ ਵੀ ਗੱਲ ਕੀਤੀ ਸੀ, ਦੋਵਾਂ ਧਿਰਾਂ ਦੇ ਵਿੱਚ ਵਿਚੋਲੀ ਆਪਸ ਵਿੱਚ ਗੱਲਬਾਤ ਕਰਦੇ ਰਹੇ, ਜਿੱਥੇ ਮੈਨੂੰ ਇੰਝ ਲੱਗਦਾ ਕਿ ਇਹਨਾਂ ਵਿਚੋਲਿਆਂ ਦੇ ਕਹਿੰਦੇ ਚਿੱਠੀ ਲਿਖੀ ਗਈ ਜਿਹੜੀ ਆਉਣ ਵਾਲੇ 2-4 ਦਿਨ 'ਚ ਉਹਦਾ ਕੋਈ ਰਿਜ਼ਲਟ ਆ ਜਾਵੇਗਾ। ਸਰਕਾਰ ਗੱਲਬਾਤ ਕਰੇਗੀ ਜਾਂ ਕੁਛ ਤੇ ਕਿਸੇ ਤਰੀਕੇ ਦਾ ਕੋਈ ਗੱਲ ਜ਼ਰੂਰ ਕਰੇਗੀ। ਤੇ ਰਾਜੇਵਾਲ ਨੇ ਜਿਹੜੀ ਗੱਲ ਕਹੀ ਉੱਥੇ ਵਿਚਾਰ ਕਰਨਾ ਬਣਦਾ ਵਾ ਵੀ ਜਿਹੜੇ ਇਹੋ ਜਿਹੇ ਮਾੜੇ ਬੰਦੇ ਜਾ ਕੇ ਸ਼ਰਾਬ ਪੀਂਦੇ ਆ ਜਾਂ ਉੱਥੇ ਗੜਬੜ ਕਰਦੇ, ਉਹਨਾਂ ਨੂੰ ਉੱਥੇ ਨਾ ਭੇਜਿਆ ਜਾਵੇ। ਪਿੰਡ 'ਚ ਹੋਰ ਬੜੇ ਨੌਜਵਾਨ ਹੈਗੇ। ਹੁਣ ਇੱਕ ਪਿੰਡ ਹੋਰ ਹੈਗਾ ਇੱਥੇ, ਉਹਦਾ ਨਾਮ ਮੈਨੂੰ ਭੁੱਲ ਗਿਆ, ਉਸ ਪਿੰਡ ਦੇ ਵਿੱਚ ਉਹਨਾਂ ਨੇ ਇੱਕ ਤੇ ਪਹਿਲੇ ਕਰੋਨਾ ਦਾ ਇੱਕ ਮਰੀਜ਼ ਨਹੀਂ ਹੈਗਾ, ਲੇਕਿਨ ਹਰ ਹਫ਼ਤੇ 10 ਨੌਜਵਾਨ ਜਾਂਦੇ ਤੇ 10 ਉੱਥੋਂ ਆਉਂਦੇ। ਜਿਹੜੇ 10 ਆਉਂਦੇ ਉਹ ਆਉਂਦੇ ਆ ਕੁਆਰੰਟਾਈਨ ਹੋ ਜਾਂਦੇ, ਆਪ ਵੀ ਕੁਆਰੰਟਾਈਨ ਹੋ ਜਾਂਦੇ ਕਿ ਨਹੀਂ ਅਸੀਂ 10 ਅਸੀਂ ਬਾਹਰ ਨਿਕਲਣਾ। ਇਹੋ ਜਿਹੀਆਂ ਜਿਹੜੀਆਂ ਸਾਡੀਆਂ ਹੈਗੀਆਂ ਸਾਵਧਾਨੀਆਂ ਉਹ ਵਰਤਣੀਆਂ ਪੈਣਗੀਆਂ ਸਾਨੂੰ। ਤੇ ਰਾਜੇਵਾਲ ਸਾਹਿਬ ਨੇ ਜੇ ਗੱਲ ਕਹੀਏ ਤੇ ਕੋਈ ਨਾ ਗੱਲ ਸੱਚਾਈ ਜ਼ਰੂਰ ਹੋਊਗੀ। ਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਸਾਡਾ ਅਗਲਾ ਹਮਲਾ ਹੁਣ ਜਿਹੜਾ ਵਾ ਉਹ ਯੂਪੀ ਤੇ ਆ, ਉਸ ਪਾਸੇ ਅਸੀਂ ਜਾਵਾਂਗੇ। ਅਸੀਂ ਕਹਿ ਦਿੱਤਾ ਸ਼ਿਕਾਇਤ ਨੂੰ ਭਾਈ ਮਿੱਤਰਾ, ਬਾਕੀ ਜਗ੍ਹਾ ਤੇ ਬਿਰਾਲੀਆਂ ਬਥੇਰੀਆਂ ਹੋ ਗਈਆਂ, ਤੂੰ ਆਪਣਾ ਬੰਦੋਬਸਤ ਕਰ, ਤੇਰੇ ਅਸੀਂ ਜਿਹੜੇ ਉਹ ਸੂਬੇ ਜਾਣਾ ਹੁਣ। ਲੇਕਿਨ ਅਜੇ ਤੱਕ ਜਿੰਨੀ ਮੂਵਮੈਂਟ ਹਰਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਆ ਉਹ ਪੂਰੀ ਯੂਪੀ 'ਚ ਨਹੀਂ ਗਈ। ਅਜੇ ਤੱਕ ਉੱਥੇ ਕੋਈ ਟੋਲ ਪਲਾਜ਼ਾ ਨਹੀਂ ਰੁਕਿਆ ਗਿਆ, ਉੱਥੇ ਸਰਕਾਰੀ ਦਫ਼ਤਰ ਨਹੀਂ ਰੁਕਿਆ, ਕੁਛ ਨਹੀਂ ਕੀਤਾ ਗਿਆ। ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਉੱਤਰ ਪ੍ਰਦੇਸ਼ ਹੀ ਚੱਲੇ? ਅਗਲਾ ਮੇਰਾ ਕੁਐਸਚਨ ਵੀ ਉੱਤਰ ਪ੍ਰਦੇਸ਼ ਦੇ ਵਿੱਚ ਹੈ। ਇਹ ਕੱਲ ਵੀ ਸੀਗਾ ਕਿ ਦੰਗੇ ਆਪਸ ਵਿੱਚ ਫੇਰ ਕਤਲੇਆਮ ਹੋ ਸਕਦੀ ਹੈ, ਦੋ ਭਾਈਚਾਰਿਆਂ ਦੇ ਵਿੱਚ ਜ਼ਹਿਰ ਉਗਲਣ ਦੀਆਂ ਕੋਸ਼ਿਸ਼ਾਂ ਜਾਰੀ ਨੇ, ਕਿਉਂਕਿ ਉੱਤਰ ਪ੍ਰਦੇਸ਼ ਤੋਂ ਖਬਰ ਆ ਰਹੀ ਹੈ ਕਿ ਮੁਸਲਮਾਨਾਂ ਤੇ ਪੁਲਿਸ ਵੱਲੋਂ ਜਬਰ ਸ਼ੁਰੂ ਹੋ ਗਏ ਨੇ। ਕੀ ਕਹਿਣਾ ਚਾਹੋਗੇ ਜਿਹੜਾ ਇਹ ਇੱਕ ਵਾਰੀ ਫਿਰ ਤੋਂ ਜਬਰ ਸ਼ੁਰੂ ਹੋਇਆ ਹੈ ਉੱਤਰ ਪ੍ਰਦੇਸ਼ ਦੇ ਵਿੱਚ? ਜਿਹੜਾ ਇਹ ਮੁਸਲਮਾਨ ਲੜਕਾ ਜੀ, ਇਹਦਾ ਨਾਂ ਹੈਗਾ ਜਸ਼ ਅਰਾਫਤ। ਇਹਦਾ ਗੁਨਾਹ ਕੀ ਹੈ? ਇਹਦਾ ਗੁਨਾਹ ਸਿਰਫ ਇਹ ਹੈ ਉਹਨੇ ਆਪਣੇ ਫੇਸਬੁੱਕ ਪੰਨੇ ਦੇ ਉੱਤੇ ਖਾਲਿਸਤਾਨੀ ਦੀ ਬਹਾਦਰੀ ਦੀ ਇੱਕ ਫੋਟੋ ਪਾਤੀ। ਜਿਹੜਾ ਇਜ਼ਰਾਈਲ ਤੇ ਫਲਸਤੀਨ ਦੇ ਵਿੱਚ ਚੱਲਿਆ ਗਾਜ਼ਾ ਪੱਟੀ ਹੁੰਦਾ ਕਿ ਮਾਮਲਾ, ਉਹਦੇ ਵਿੱਚ ਚਾਵਲਾ ਸਾਹਿਬ 4000 ਰਾਕਟ ਜਿਹੜੇ ਸੀ ਫਲਸਤੀਨ ਦੇ ਸੁੱਟੇ ਤੇ 1800 ਸੁੱਟੇ ਇਜ਼ਰਾਈਲ ਦੇ। ਭਾਵੇਂ ਫਲਸਤੀਨ ਦਾ ਜ਼ਿਆਦਾ ਨੁਕਸਾਨ ਹੋਇਆ, ਲੇਕਿਨ ਉਹ ਫਿਰ ਵੀ ਆਪਣੀ ਜਿੱਤ ਦੀ ਖੁਸ਼ੀ ਮਨਾਈ, ਇਜ਼ਰਾਈਲ ਨੇ ਮਨਾਈ। ਆਪਣੀ ਵੱਖਰੀ ਗੱਲ ਉਹ ਮਿਸਰ ਤੇ ਅਮਰੀਕਾ ਦੇ ਪੈ ਕੇ ਸਮਝੌਤਾ।
ਹੁਣ ਜੇ ਉਹਨੇ ਆਪਣੀ ਫਲਸਤੀਨੀਆਂ ਦੀ ਇੱਕ ਬਹਾਦਰੀ ਦੀ ਫੋਟੋ ਪਾਤੀ ਤੇ ਕਿਸੇ ਨੂੰ ਕੀ ਇਤਰਾਜ਼? ਫੋਟੋ ਪਾਉਣ ਤੇ ਯਾਸਰ ਅਰਾਫਾਤ ਨੂੰ ਜਿਹੜਾ ਸੀ 19 ਨੂੰ ਨੇ ਫੋਟੋ ਪਾਈ ਤੇ 20 ਨੂੰ ਪੁਲਿਸ ਨੇ ਨੂੰ ਗ੍ਰਿਫਤਾਰ ਕਰ ਲਿਆ। ਕਸੂਰ ਦੱਸੋ ਕੀ ਹੈ? ਕੋਈ ਕਸੂਰ। ਗ੍ਰਿਫਤਾਰ ਕਰਕੇ ਉਹਨੂੰ ਜ਼ਮਾਨਤ ਤੇ ਕਹਿੰਦੇ ਛੱਡ ਦਿੱਤਾ, ਭਾਵੇਂ ਛੱਡ ਦਿੱਤਾ, ਲੇਕਿਨ ਇਹ ਪੁਲਿਸ ਦੀ ਕਾਰਵਾਈ ਤੋਂ ਸਪਸ਼ਟ ਹੁੰਦਾ ਕਿ ਕੱਟੜਪੰਥੀ ਮਾਨਸਿਕਤਾ ਸਰਕਾਰ ਤੇ ਸਮਾਜ ਦੇ ਵੱਡੇ ਅਸਰ ਦੇ ਕਾਬੂ ਹੋਈ, ਜਿਹੜੀ ਭਵਿੱਖ ਦੇ ਵਿੱਚ ਨੁਕਸਾਨਦੇਹ ਹੋਏਗੀ ਦੇਸ਼ ਦੇ ਲਈ। ਅਗਲੀ ਗੱਲ ਨਾਲ ਹੀ ਕਰ ਲੈਂਦੇ ਭਾਜੀ, ਅੱਜ ਤੱਕ ਭਾਰਤ ਦੇ ਜਿਹੜੇ ਫਲਸਤੀਨ ਨੇ ਬੜੇ ਚੰਗੇ ਸੰਬੰਧ ਰਹੇ ਤੇ ਪਹਿਲੇ ਪ੍ਰਧਾਨ ਮੰਤਰੀ ਅੱਜ ਤੱਕ ਹੋਏ ਨੇ ਮਾਨਯੋਗ ਸਾਡੇ ਮੋਦੀ ਸਾਹਿਬ ਜਿਨ੍ਹਾਂ ਨੇ ਇਜ਼ਰਾਈਲ ਦਾ ਦੌਰਾ ਕੀਤਾ, ਮੁੜ ਕੇ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਇੱਥੇ ਆਇਆ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ 5ਵੀਂ ਵਾਰੀ ਕਬਜ਼ਾ ਸਿਰਫ ਉੱਥੇ ਜਿਹੜੇ ਸੀ ਧਾਰਮਿਕ ਜਜ਼ਬਾਤ ਬਣਾ ਕੇ ਕਬਜ਼ਾ ਕੀਤਾ, ਜਿੱਦਾਂ ਇੱਥੇ ਬੀਜੇਪੀ ਵਾਲੇ ਕਰਦੇ। ਸੇਮ ਸਿਚੁਏਸ਼ਨ, ਸੇਮ ਨੀਤੀ ਉਹ ਉਹਨਾਂ ਦੋਵਾਂ ਦੀ। ਤੇ ਜੇ ਉਹਨੇ ਫੋਟੋ ਪਾਤੀ ਜੋ ਗੁਨਾਹ ਕੀ ਕਰ ਦਿੱਤਾ? ਇਹਦੇ ਵਿੱਚ ਫਲਸਤੀਨ ਦੇ ਤੇ ਇਜ਼ਰਾਈਲ 'ਚ ਪਾ ਕੇ ਭਾਰਤ ਬੜੀ ਵੱਡੀ ਭੂਮਿਕਾ ਨਿਭਾ ਸਕਦਾ ਸੀ। ਪਤਾ ਨਹੀਂ ਮੋਦੀ ਸਾਨੂੰ ਚੇਤਾ ਨਹੀਂ ਆਇਆ, ਮੁੜ ਕੇ ਕੀਤਾ ਆਪਣੀ ਯਾਰ ਦਾ ਭਾਰਤਾਂ ਦੇ ਪਿੱਛੇ ਨਿੱਤ ਜਾਊਗਾ। ਤੇ ਜੇ ਅੱਜ ਯਾਸਰ ਅਰਾਫਾਤ ਦੇ ਉੱਤੇ ਇੱਕ ਛੋਟੀ ਜਿਹੀ ਫੋਟੋ ਪਾਉਣ ਦੇ ਉੱਤੇ ਤੁਸੀਂ ਪਰਚਾ ਦਰਜ ਕਰਤਾ ਤੇ ਕੱਲ ਨੂੰ ਕੀ ਕਰੂ? ਜਿਹੜੀ ਕੱਲ ਗੱਲ ਕੀਤੀ ਸੀ ਉਹ ਲਗਭਗ ਇਹਨਾਂ ਆਪਣੀ ਸ਼ੁਰੂਆਤ ਕਰ ਦਿੱਤੀ ਜੀ। ਭੱਟੀ ਸਾਹਿਬ, ਪਿੰਡਾਂ ਦੇ ਵਿੱਚ ਨਾ ਜਦੋਂ ਇੰਡੀਆ ਪਾਕਿਸਤਾਨ ਦਾ ਭਲਿਆ ਵੇਲੇ 'ਚ ਮੈਚ ਹੁੰਦਾ ਸੀ ਨਾ, ਰੇਡੀਓ ਤੇ ਕਮੈਂਟਰੀ ਸੁਣੀ ਦੀ ਸੀ ਜਦੋਂ। ਬਿਲਕੁਲ ਜੀ ਬਿਲਕੁਲ, ਕਾਨੂੰ ਲਾ ਕੇ ਸੁਣੀਏ ਰੇਡੀਓ। ਫਿਰ ਟੈਲੀਵਿਜ਼ਨ ਆ ਗਏ, ਫਿਰ ਉਹਦੇ ਉੱਤੇ ਮਾੜੀ ਮੋਟੀ ਕਿਤੇ ਆਉਂਦੀ ਹੁੰਦੀ ਸੀਗੀ ਕਮੈਂਟਰੀ, ਜਾਂ ਕਿਤੇ ਕੋਈ ਟੂਰਨਾਮੈਂਟ ਫੁੱਟਬਾਲ ਦਾ ਇੰਡੀਆ ਪਾਕਿਸਤਾਨ ਦਾ ਮੈਚ ਆਉਣਾ, ਕ੍ਰਿਕਟ ਦਾ ਮੈਚ ਆਉਣਾ। ਤੇ ਕੁਝ ਲੋਕ ਪਾਕਿਸਤਾਨ ਦੀ ਟੀਮ ਦੇ ਖਿਡਾਰੀਆਂ ਦੀ ਪ੍ਰਸ਼ੰਸਾ ਕਰਿਆ ਕਰਦੇ ਸਨ ਤੇ ਕੁਝ ਇੰਡੀਆ ਦੇ ਖਿਡਾਰੀਆਂ ਦੀ। ਉਦੋਂ ਇੰਨਾ ਕੱਟੜ ਨਹੀਂ ਸੀ ਮੈਂ ਵੇਖਿਆ ਇੱਕ ਦੂਜੇ ਦੇ ਪ੍ਰਤੀ। ਹਾਂ, ਕੱਟੜਤਾ ਨਹੀਂ ਸੀ ਵੇਖੀ ਉਦੋਂ। ਇੱਕ ਦੂਜੇ ਨਾਲ ਗੁੱਥਮ ਗੁੱਥਾ ਵੀ ਹੁੰਦੇ ਵੇਖੇ ਮੈਂ, ਪਰਿਵਾਰ ਆਪਸ ਵਿੱਚ ਲੜਦੇ ਵੀ ਮੈਂ ਵੇਖੇ ਆ। ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਪਿਓ ਪੁੱਤ ਵੀ ਲੜਦੇ ਵੇਖੇ ਜੀ ਜੀ। ਪਰ ਜੇ ਅੱਜ ਇਹ ਸਥਿਤੀ ਹੋਵੇ ਤਾਂ ਜੇ ਪਿਓ ਪਾਕਿਸਤਾਨ ਦੇ ਹੱਕ ਦੇ ਖਿਡਾਰੀ ਵਾਲੇ ਹੱਕ ਦੀ ਗੱਲ ਕਰੂਗਾ ਤਾਂ ਪਿਓ ਨੂੰ ਹੱਥ ਕੜੀਆਂ ਲਾ ਕੇ ਜਾਣਗੇ, ਪੁੱਤ ਕੁਛ ਨਹੀਂ ਕਰ ਸਕੂਗਾ ਕਿ ਤੂੰ ਪਾਕਿਸਤਾਨ ਦੇ ਹੱਕ 'ਚ ਬੋਲ ਰਿਹਾ। ਇੱਥੇ ਅਜਿਹਾ ਹੋਇਆ। ਲੋਕਤੰਤਰ ਕਿਹਨੂੰ ਕਹਿੰਦੇ ਆ? ਤੁਹਾਡਾ ਫੰਡਾਮੈਂਟਲ ਰਾਈਟ ਆ, ਤੁਹਾਡਾ ਕਾਨੂੰਨ ਕਹਿੰਦਾ ਕਿ ਬੋਲਣ ਦੀ ਆਜ਼ਾਦੀ ਆ, ਲਿਖਣ ਦੀ ਆਜ਼ਾਦੀ। ਤੁਹਾਨੂੰ ਜੇ ਬੰਦੇ ਨੇ ਆਪਣਾ ਕੋਈ ਪੱਖ ਰੱਖ ਦਿੱਤਾ, ਉਹਦੇ ਵਿੱਚ ਦੇਸ਼ ਧਰੋਹ ਦਾ ਮਾਮਲਾ, ਉਹਦੇ ਵਿੱਚ ਦੇਸ਼ ਪ੍ਰਤੀ ਤਾਂ ਕੋਈ ਗੱਲ ਹੀ ਨਹੀਂ। ਉਹਦੇ ਤੇ ਕਿਸ ਤਹਿਤ ਮੁਕੱਦਮਾ ਦਰਜ ਕੀਤਾ? ਇਹ ਕੋਰਟ ਕੀ ਪੁੱਛੂਗੀ? ਇਹਨਾਂ ਕੋਰਟ ਕੀ ਦੇਣਗੇ ਕਿ ਇਸ ਬੰਦੇ ਨੂੰ ਆਪਣੇ ਵਿਚਾਰ ਰੱਖਣ ਦਾ ਜੋ ਹੱਕ ਨਹੀਂ ਹੈ? ਕਿਸ ਤਹਿਤ ਉਹਨੂੰ ਗ੍ਰਿਫਤਾਰ ਕੀਤਾ ਗਿਆ? ਕਿਹੜਾ ਮੁਕੱਦਮਾ? ਕਿੰਨੇ ਉਹਦੀ ਸ਼ਿਕਾਇਤ ਕੀਤੀ? ਕਿਸ ਤਹਿਤ ਹੋਇਆ? ਸਵਾਲ ਤਾਂ ਇਹ ਵੀ ਬਣਦਾ ਨਾ। ਬਣਦਾ ਤੇ ਬੜਾ ਕੁਝ ਹੀ। ਸੁਪਰੀਮ ਕੋਰਟ, ਇੰਡੀਆ ਭਾਰਤ ਦੀ ਸੁਪਰੀਮ ਕੋਰਟ ਕਹਿ ਚੁੱਕੀ ਆ ਕਿ ਹਰ ਕਿਸੇ ਨੂੰ ਆਪਣੇ ਵਿਚਾਰ ਦੇ ਪ੍ਰਗਟਾਵੇ ਦੀ ਜਿਹੜੀ ਆਜ਼ਾਦੀ ਹੈ, ਸ਼ਾਂਤਮਈ ਤਰੀਕੇ ਨਾਲ ਕਿ ਆਪਣੇ ਵਿਚਾਰਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਕਰਦਾ, ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਤੇ ਉਹਨੂੰ ਤੁਸੀਂ ਕੁਝ ਨਹੀਂ ਕਰ ਸਕਦੇ, ਗ੍ਰਿਫਤਾਰ ਨਹੀਂ ਕਰ ਸਕਦੇ ਤੁਸੀਂ। ਇੱਕ ਪਾਸੇ ਸੁਪਰੀਮ ਕੋਰਟ ਇਹ ਗੱਲ ਕਰੀ, ਦੂਜੇ ਪਾਸੇ ਦੱਸੋ ਨੇ ਕਿਹੜਾ ਕਿਹਨੂੰ ਨੁਕਸਾਨ ਕੀਤਾ? ਜੇ ਫਲਸਤੀਨ ਦੇ ਲੋਕਾਂ ਦੀ ਬਹਾਦਰੀ ਦੀ ਕੋਈ ਤਸਵੀਰ ਆਪਣੀ ਫੇਸਬੁੱਕ ਤੇ ਪਾਤੀ ਆ, ਹਿੰਦੁਸਤਾਨ ਦਾ ਜਾਂ ਭਾਰਤ ਦਾ ਕੀ ਨੁਕਸਾਨ ਆ? ਜਾਂ ਤਾਂ ਨੁਕਸਾਨ ਕੀਤਾ, ਫਿਰ ਗੱਲ ਤਾਂ ਸਿਰਫ ਇਹ ਆ ਵੀ ਇੱਕ ਵਿਸ਼ੇਸ਼ ਧਰਮ ਨੂੰ ਬਿਲੋਂਗ ਕਰਦਾ ਵਾ, ਫਰਕ ਦੇ ਦਿਓ ਅੰਦਰ ਜੀ ਪਾਈ ਫੋਟੋ ਜੀ। ਅੱਛਾ ਭੱਟੀ ਸਾਹਿਬ, ਕਿਸਾਨ ਅੰਦੋਲਨ ਦੇ ਵਿੱਚ ਔਰਤਾਂ ਦਾ ਕੀਤਾ ਸਸ਼ਕਤੀਕਰਨ, ਔਰਤਾਂ ਦਾ ਜਜ਼ਬਾ ਸਾਹਮਣੇ ਆਇਆ। ਇਹਦੇ ਤੇ ਗੱਲ ਕਰ ਲਈਏ, ਬਾਕੀ ਸਵਾਲ ਤਾਂ ਚੱਲਦੇ ਹੀ ਰਹਿਣੇ ਕਿਉਂਕਿ ਸਵੇਰੇ ਵੀਰਵਾਰ ਆਪਾਂ ਫੇਰ ਮਿਲਣਾ। ਇੱਥੋਂ ਤੱਕ ਔਰਤਾਂ ਦੀ ਗੱਲ ਆ ਜੀ, ਇਹਨਾਂ ਔਰਤਾਂ ਨੇ ਸਾਬਤ ਕਰ ਦਿੱਤਾ ਕਿ ਉਸ ਚੁੱਲ੍ਹੇ ਅੱਗੇ ਬਹਿ ਕੇ ਦਾਲ ਬਣਾਉ ਕੇ ਰੋਟੀਆਂ ਨਹੀਂ ਬਣਾਉਣੀਆਂ, ਸਭ ਕੁਛ ਕਰ ਇੱਥੇ ਰੱਖ। ਇਹ ਗੱਲ ਉਹਨੇ ਸਾਬਤ ਕਰ ਦਿੱਤੀ ਆ। ਅੱਜ ਦੀ ਡੇਟ ਦੇ ਵਿੱਚ ਜਿਹੜਾ ਮੋਰਚਾ ਦਿੱਲੀ ਲੱਗਾ, ਉਹਦੇ ਨਾਲ ਜਿਹੜੀ ਯੋਗਦਾਨ ਉਹ ਔਰਤਾਂ ਦਾ ਜ਼ਿਆਦਾ ਵਾ। ਉਹ ਉੱਥੇ ਮਜ਼ਾਰੇ ਵੀ ਕਰਦੀਆਂ, ਉੱਥੇ ਸਟੇਜ ਵੀ ਸੰਭਾਲਦੀਆਂ, ਉੱਥੇ ਰੋਟੀਆਂ ਵੀ ਬਣਾਉਂਦੀਆਂ, ਉੱਥੇ ਸਬਜ਼ੀਆਂ ਵੀ ਬਣਾਉਂਦੀਆਂ, ਦਾਲਾਂ ਵੀ ਬਣਾਉਂਦੀਆਂ, ਸਾਰੇ ਕੰਮ ਕਰਦੀਆਂ।
ਜਦੋਂ ਕਿ ਔਰਤਾਂ ਦਾ ਵਿਸ਼ੇਸ਼ ਦਿਨ ਹੁੰਦਾ ਉਸ ਦਿਨ ਸਾਰਾ ਪ੍ਰਬੰਧ ਉੱਥੇ ਔਰਤਾਂ ਦਾ ਹੁੰਦਾ ਸਟੇਜ ਦੇ ਉੱਤੇ। ਆਪਣਾ ਸਟੇਜ ਸੰਭਾਲਣ ਔਰਤਾਂ ਜਿਹੜੀ ਉੱਥੇ ਸਪੋਕਸ ਪਰਸਨ ਹੁੰਦੀਆਂ ਨੇ, ਸਭ ਕੁਝ ਔਰਤਾਂ ਹੁੰਦੀਆਂ ਨੇ। ਇੱਕ 24 ਸਾਲ ਦੀ ਲੜਕੀ ਹੈ ਜੀ, ਇਹ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਉੱਤੇ ਇਹਨੇ ਹਿੰਦੀ ਸਾਹਿਤ ਦੇ ਵਿੱਚ ਜਿਹੜੀ ਪੋਸਟ ਗ੍ਰੈਜੂਏਸ਼ਨ ਕੀਤੀ ਹੈ। ਟੀਮਨ ਮੈਨ ਦਾ ਨਾਮ ਹਰਿਆਣੇ ਦੀ ਹੈ। ਸਾਰ ਚੰਡੀਗੜ੍ਹ ਰੋਡ ਦੇ ਉੱਤੇ ਇੱਕ ਟੋਲ ਪਲਾਜ਼ਾ ਵਾ, ਉੱਥੇ 58 ਪਿੰਡਾਂ ਦੀਆਂ ਔਰਤਾਂ ਨੂੰ ਲੈ ਕੇ ਧਰਨਾ ਦੇ ਕੇ ਬੈਠੀ ਉੱਥੇ ਕਿਸਾਨਾਂ ਦੇ ਹੱਕ ਦੇ ਵਿੱਚ। ਤੇ ਉੱਥੇ ਆਉਣ ਵਾਲੀਆਂ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਪ੍ਰਚਾਰ ਵੀ ਕਰਦੀ, ਕਿਸਾਨਾਂ ਦੇ ਹੱਕ 'ਚ ਕਵਿਤਾ ਵੀ ਸੁਣਾਉਂਦੀ ਆ, ਚੁਟਕਲੇ ਵੀ ਸੁਣਾਉਂਦੀ, ਕੁਝ ਵੀ ਰੱਖਦੀ ਉਹਨਾਂ ਨੂੰ। ਤੇ ਉਹਦੇ ਖਿਲਾਫ ਹਰਿਆਣਾ ਪੁਲਿਸ ਨੇ ਘੱਟੋ ਘੱਟ 307 ਧਾਰਾ ਦੇ ਸਮੇਤ 11 ਧਾਰਾ ਲਾ ਕੇ ਪਰਚਾ ਦਰਜ ਕੀਤਾ। ਲੇਕਿਨ ਉਹ ਕਹਿੰਦੀ ਜੋ ਕਰਨਾ ਕਰ ਲਓ, ਮੈਨੂੰ ਕੋਈ ਪਰਵਾਹ ਨਹੀਂ, ਮੈਂ ਕਿਸਾਨਾਂ ਨਾਲ ਖੜੀ ਆ, ਮੈਂ ਕਿਸਾਨ ਦੀ ਧੀ ਆ ਤੇ ਅਸੀਂ ਆਪਣੀਆਂ ਮੰਗਾਂ ਲੈ ਕੇ ਵਰਨਾ। ਉਹਨੂੰ ਕਹਿਣਗੇ ਤੁਸੀਂ ਮਰ ਜਾਓਗੇ, ਕੋਨਾ ਹੈਗਾ, ਕਹਿੰਦੀ ਫਿਰ ਕੀ ਆ, ਇੱਕ ਪੀੜ੍ਹੀ ਮਰ ਜੂ ਸਾਡੀ ਨਾ। ਕੋਰੋਨਾ ਇੱਕ ਪੀੜ੍ਹੀ ਮਾਰ ਦੂਗਾ ਤੇ ਕੋਈ ਗੱਲ ਨਹੀਂ, ਦੂਜੀ ਪੀੜ੍ਹੀ ਸਾਡੀ ਬਚ ਜੂਗੀ ਨਾ, ਜਿਹੜੀ ਜ਼ਮੀਨਾਂ ਨਹੀਂ ਬਚਣਗੀਆਂ ਉਹਦੇ ਕੋਲ। ਤੁਸੀਂ ਮਾਰਨਾ ਮਾਰ ਦਿਓ ਕੋਈ। ਇਸ ਕਰਕੇ ਬੀਬੀਆਂ ਨੇ ਜਿਹੜਾ ਜਲਵਾ ਵਿਖਾਇਆ, ਬੀਬੀਆਂ ਨੇ ਵੇਖੋ ਖਾਦਾਂ ਆਪ ਪਾਈਆਂ ਨੇ ਆਪਣੇ ਪਿਛਲੇ ਝੋਨੇ ਦੇ ਵਿੱਚ, ਕਣਕ ਦੇ ਵਿੱਚ। ਬੀਬੀਆਂ ਨੇ ਟਰੈਕਟਰ ਆਪ ਚਲਾਏ ਨੇ, ਟਰੈਕਟਰ ਲੈ ਕੇ ਧਰਨੇ 'ਚ ਆਪ ਜਾਂਦੀਆਂ ਰਹੀਆਂ ਨੇ। ਕਿਹੜਾ ਕੰਮ ਨਹੀਂ ਬੀਬੀਆਂ ਨੇ ਕੀਤਾ। ਇਸ ਕਰਕੇ ਬੀਬੀਆਂ ਨੇ ਸਾਬਤ ਕਰਤਾ ਇਸ ਮੋਰਚੇ ਦੇ ਵਿੱਚ ਬੀਬੀਆਂ ਕਿਸੇ ਤੋਂ ਘੱਟ ਨਹੀਂ। ਇੱਕ ਬੀਬੀ ਜੀ ਨੇ ਸਵਾਲ ਕੀਤਾ ਸੀ, ਮੈਨੂੰ ਯਾਦ ਹੈ ਕਿ ਮੈਂ ਪੂਰਾ ਕਰ ਲਾ ਜਾ। ਕੱਲ ਤੁਹਾਨੂੰ ਪਤਾ ਪੁੱਛਿਆ, ਸਿੱਧੂ ਬਾਰੇ ਪੁੱਛਿਆ ਸੀ। ਸਿੱਧੂ ਜਿਹੜਾ ਉਹਦੀਆਂ 2 ਭੈਣਾਂ ਨੇ। ਅੱਛਾ ਜੀ। ਇੱਕ ਡੈਥ ਹੋ ਚੁੱਕੀ ਤੇ ਇੱਕ ਭੈਣ ਉਹਦੀ ਹੈਗੀ ਹੈ। ਜਿਹੜੀ ਡੈਥ ਹੋ ਚੁੱਕੀ ਉਹ ਨੀਲਮ ਮਹਾਜਨ ਹਿੰਦੂ ਪਰਿਵਾਰ 'ਚ ਰਹੇ ਸੀ। ਦੂਜੀ ਸੁਮਨ ਤੂਰ ਜਿਹੜੀ ਹੈਗੀ, 2 ਭੈਣਾਂ ਤੇ ਇੱਕ ਭਰਾ ਸੀਗਾ। ਇੱਕ ਭੈਣ ਦੀ ਡੈਥ ਹੋ ਗਈ, ਇੱਕ ਭੈਣ ਹੈਗੀ ਤੇ ਇੱਕ ਭਰਾ ਹੈ। ਉਹ ਬੀਬੀ ਜੀ ਦੇ ਨਾਲ ਸਵਾਲ ਕੀਤਾ ਸੀ, ਫਿਰ ਮੈਂ ਪੜਤਾਲ ਕੀਤੀ, ਲੇਕਿਨ ਜਿਹੜੀ ਇਹਦੂਗਾ ਜਾਣਕਾਰੀ ਮੈਨੂੰ ਹੋਰ ਮਿਲੀ ਸੀ, ਉਹਦੇ ਬਾਰੇ ਅਜੇ ਮੈਂ ਥੋੜਾ ਜਿਹਾ ਸਪਸ਼ਟ ਕਰਨਾ, ਉਹ ਵੀ ਜ਼ਰੂਰ ਚਾਹੁੰਦਾ ਜੀ। ਹਾਂ ਹੈਗੀ ਹੈ ਜੀ, ਚਲੋ ਵਧੀਆ, ਕਲੀਅਰ ਕਰਕੇ ਹੀ ਦੱਸਿਓ, ਮੈਨੂੰ ਵੀ ਪਤਾ ਥੋੜਾ ਜਿਹਾ। ਫੇਰ ਕਰਾਂਗੇ ਗੱਲਬਾਤ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਇਕੱਠੇ ਹੀ ਫਤਿਹ ਬੁਲਾ ਦਿੰਦੇ ਆ ਪੱਟੀ ਸਾਹਿਬ ਆਪਾਂ। ਦੋਸਤੋ ਸ਼ਾਮ ਨੂੰ ਮੁਲਾਕਾਤਾਂ ਹੋਣਗੀਆਂ, ਤਦ ਤੱਕ ਲਈ ਇੱਕ ਬੇਨਤੀ ਕਰਦੀ ਹੈ, IPTV ਬਾਕਸ ਤੁਸੀਂ ਸਰਵਿਸ ਸਾਡੇ ਰਾਹੀਂ ਲੈਂਦੇ ਹੋ ਤਾਂ ਢੇਰ ਸਾਰੀ ਸੇਵਿੰਗ ਹੋਵੇਗੀ ਤੁਹਾਡੀ। ਇੱਕ ਵਾਰੀ ਚੈੱਕ ਕਰਨ ਦੇ ਵਿੱਚ ਕੋਈ ਹਰਜ ਨਹੀਂ। ਦੋਸਤਾਂ ਮਿੱਤਰਾਂ ਨੂੰ ਵੀ ਦੱਸ ਦੇਣਾ, ਪੈਸੇ ਬਚਾਓ, ਉਹ ਕਿਸੇ ਚੰਗੇ ਕੰਮ ਤੇ ਲਾ ਦਿਓ, ਰੱਜਿਆਂ ਦਾ ਢਿੱਡ ਕੋ ਭਰ ਦਿਓ, ਸੁੱਤੇ ਪਏ ਦਾ ਮੂੰਹ ਕੋ ਚੁੰਮੀ ਜਾਂਦੇ ਹੋ ਯਾਰ, ਕਿਸੇ ਗਰੀਬ ਦੀ ਹੈਲਪ ਕਰ ਦਿਓ। ਯੂ ਵਾਂਟ ਟਰਾਈ, ਕਾਲ ਮੀ 6475555859। ਨੋਟ ਅੱਧਾ ਨਾ ਹੋ ਗਿਆ ਤਾਂ ਆਖਿਓ ਯੂ ਡੋਂਟ ਬਲੀਵ ਇਟ, ਰਾਈਟ? ਇਹੀ ਸੋਚਦੇ ਪਏ ਹੋ ਨਾ? ਬਿਲਕੁਲ। ਫੋਨ ਤੇ ਕਰੋ ਯਾਰ, 6475555859। ਦੁੱਧ ਪਾਣੀ ਦਾ ਪਾਣੀ ਹੋ ਜਾਣਾ। ਮੇਰੇ ਵੀਰ ਦਾ ਫੋਨ ਆਇਆ ਸੀਗਾ, ਕਹਿੰਦਾ ਜੀ 2% ਤਾਂ ਫੇਰ भी कुछ हैगा, तुझे तो लगता स्किम पे होना शुरू कर देना। आगे देखिए होता है क्या, मेरे वर्गा कदा होर आ गया तो स्किम ही हो जाना। जे किसी टैलीविजन रेडियो वाले ने काम शुरू करना हो, कॉल मी, कुंडी दे दांगा तुहानू, करो काम रज के, नो प्रॉब्लम। 6475555859। पट्टी साहब बुलाइए फतेह फे। वाहिगुरू जी का खालसा, वाहिगुरू जी का खालसा, वाहिगुरू जी की फतेह। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।